ਜਦੋਂ ਕਿਸੇ ਦਾ ਪਰਮਿਟ ਐਕਸਪਾਇਰ ਹੋਣ ਵਾਲਾ ਹੈ, ਹਜੇ ਹੋਇਆ ਨਹੀਂ ਹੈ ਲੇਕਿਨ ਹੋਣ ਵਾਲਾ, ਉਹਨਾਂ ਨੂੰ ਪਤਾ ਹੈ ਕਿ ਇਨ ਫਿਊਚਰ ਉਹਨਾਂ ਦਾ ਜਿਹੜਾ ਪਰਮਿਟ ਹੈ ਉਹ ਐਕਸਪਾਇਰ ਹੋਣ ਵਾਲਾ, ਕੀ ਕਰਨਾ ਚਾਹੀਦਾ ਜੀ? ਕੀ ਸਟੈਪਸ ਹੁੰਦੇ ਨੇ ਜੇ ਸਾਨੂੰ ਤੁਸੀਂ ਗੋ ਥਰੂ ਕਰ ਸਕੋ ਥਰੂ ਦ ਸਟੈਪਸ? ਫॉर ਵਟਐਵਰ ਰੀਜ਼ਨ ਉਹਨਾਂ ਨੂੰ ਬਹਾਨਾ ਚਾਹੀਦਾ ਹੈ ਐਟ ਦਿਸ ਪੁਆਇੰਟ। ਅਗਰ ਉਹਨਾਂ ਨੂੰ ਕੋਈ ਵੀ ਬਹਾਨਾ ਲੱਗਦਾ ਹੈ ਕਿ ਯੂ ਹੈਵ ਨਾਟ ਕੰਪਲਾਈਡ ਵਿਦ ਯੂਰ ਵਰਕ ਪਰਮਿਟ ਐਪਲੀਕੇਸ਼ਨ, ਯੂ ਹੈਵ ਨਾਟ ਕੰਪਲਾਈਡ ਵਿਦ ਯੂਰ ਸਟੱਡੀ ਪਰਮਿਟ ਐਪਲੀਕੇਸ਼ਨ, ਯੂ ਆਰ ਇੰਗੇਜ ਇਨ ਅਨਆਥੋਰਾਈਜ਼ਡ ਵਰਕ, ਦੇ ਗੋਇੰ ਟੂ ਇਸ਼ੂ ਯੂ ਅ ਰਿਮੂਵਲ ਆਰਡਰ। ਸੋ ਜੇ ਨਹੀਂ ਕੋਈ ਲੀਵ ਕਰਦਾ ਉਸ ਸਿਚੁਏਸ਼ਨ ਦੇ ਵਿੱਚ ਰਹੀ ਜਾਂਦਾ, ਫਿਰ ਕੀ ਲੀਗਲ ਕੌਨਸੀਕੁਐਂਸਸ ਹੋ ਸਕਦੇ? ਅੱਜ ਕੱਲ੍ਹ ਧੱਕਾ ਵੀ ਬਹੁਤ ਹੋ ਰਿਹਾ ਹੈ ਬਿਕਾਜ਼ ਵਾਟ ਹੈਪਨਸ ਇਜ਼ ਗਵਰਨਮੈਂਟ ਇੰਟੈਂਟ ਹੈਜ਼ ਚੇਂਜ। ਗਵਰਨਮੈਂਟ ਇੰਟੈਂਟ ਹੈ ਕਿ ਜਿੰਨੇ, ਜਿੱਦਾਂ ਤੁਸੀਂ ਬੋਲਿਆ, ਜਿੰਨੇ ਕੱਢ ਸਕਦੇ ਲੋਕਾਂ ਨੂੰ ਕੱਢੋ, ਰਾਈਟ? ਸੋ ਦੇयर इज ਅ ਵੈਰੀ ਹਾਈ ਰੇਟ ਆਫ ਰਿਫਿਊਜ਼ਲ ਥੀਸ ਡੇਜ਼, ਰਾਈਟ? ਅੱਛਾ ਪੁਨੀਤ, ਜੇ ਕਿਸੇ ਦਾ ਰਿਮੂਵਲ ਆਰਡਰ ਇਸ਼ੂ ਹੋ ਜਾਂਦਾ, ਉਸ ਕੇਸ ਦੇ ਵਿੱਚ ਕਈਆਂ ਨੂੰ ਲੱਗਦਾ ਵੀ ਮੈਨੂੰ ਗੱਲ ਹੀ ਕੀ, ਇਹਨਾਂ ਨੇ ਡਿਪੋਰਟ ਕਰ ਦੇਣਾ ਇਸ ਕੰਟਰੀ ਤੋਂ, ਜਾਂ ਕਿਸ ਤਰ੍ਹਾਂ ਇਹ ਕੀ ਪ੍ਰੋਸੀਜਰ ਹੁੰਦਾ ਜੀ? ਰਿਮੂਵਲ ਆਰਡਰ ਜਦੋਂ ਇਸ਼ੂ ਹੁੰਦਾ ਉਸ ਤੋਂ ਬਾਅਦ ਕੀ ਸਟੈਪਸ ਹੁੰਦੇ ਨੇ? ਜਿੱਦਾਂ ਤੁਹਾਨੂੰ ਪਤਾ ਲੱਗਿਆ ਹੁਣ ਮੇਰਾ ਇਮੀਨੈਂਟ ਹੈ, ਹੁਣ ਮੈਨੂੰ ਪਤਾ ਕਿ ਆਈ ਹੈਵ ਟੂ ਬੀ ਰਿਮੂਵਡ, ਦੈਟ ਮੀਨਸ you need to talk to a lawyer, and if you have valid grounds to make a stay application, you should then make a stay application sooner rather than later. ਕਿੰਨੇ ਕੁ ਪਰਸੈਂਟੇਜ ਹੈਗੇ ਆ ਟੈਂਪਰੇਰੀ ਰੈਜ਼ੀਡੈਂਟਸ ਦੇ ਜਿਹੜੇ ਕਿ ਸਕਸੈਸਫੁਲੀ ਐਕਸਟੈਂਡ ਕਰਦੇ ਆ ਜਾਂ ਚੇਂਜ ਕਰਦੇ ਆ ਆਪਣਾ ਸਟੇਟਸ ਬਿਫੋਰ ਐਕਸਪਾਇਰੀ? ਅੱਜ ਕੱਲ੍ਹ ਰਿਫਿਊਜ਼ਲਸ ਬਹੁਤ ਆ ਰਹੀਆਂ। ਯੂ ਮੇਕ ਅ ਐਕਸਟੈਂਸ਼ਨ ਫॉर ਵਰਕ ਪਰਮਿਟ, ਯੂ ਮੇਕ ਅ ਐਕਸਟੈਂਸ਼ਨ ਫॉर ਸਟੱਡੀ ਪਰਮਿਟ, almost you should know that 90% chance your case will be refused, and they're doing this on purpose. What are the risk for employers ਜਿਹੜੇ ਉਹਨਾਂ ਨੂੰ ਕੰਮ ਤੇ ਰੱਖਦੇ ਆ ਜਿਨ੍ਹਾਂ ਦੇ ਵਰਕ ਪਰਮਿਟ expired ਹੋ ਚੁੱਕੇ? Then you are also criminally liable as an employer. Because you have now breached the regulations, and you can be criminally pursued under the regulations for breaching and employing a person who doesn't have status. 55% ਦਾ ਜਿਹੜਾ ਪਰਮਿਟ ਹੈਗਾ ਉਹ ਇਸ ਸਾਲ ਜੂਨ 'ਚ ਐਕਸਪਾਇਰ ਹੋ ਜਾਣਾ। ਹੁਣ ਤੁਸੀਂ ਦੇਖੋ, ਜਦੋਂ ਇੰਨੀ ਵੱਡੀ ਗਿਣਤੀ ਹੈ ਕਿ 1.4 ਮਿਲੀਅਨ ਲੋਕ ਨੇ ਜਿਨ੍ਹਾਂ ਦਾ ਇਹ ਪਰਮਿਟ ਐਕਸਪਾਇਰ ਹੋਣਾ, ਤੇ ਉਹਨਾਂ ਨੇ ਕੀ ਕਰਨਾ? Consider leaving on your own and maybe apply or reapply and come back when you know the time is right or you have the right opportunity. ਜਿਹੜੀ ਗੱਲਬਾਤ ਪ੍ਰੋਗਰਾਮ ਦੇ ਵਿੱਚ ਆਪਾਂ ਕਰਨੀ ਹੈ ਉਹ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਹੈਗੀ ਹੈ। ਇੱਕ ਡਾਟਾ ਸ਼ੇਅਰ ਕੀਤਾ ਗਿਆ ਹੈ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵੱਲੋਂ, ਜਿਹਦੇ ਵਿੱਚ IRCC ਦੇ ਵੱਲੋਂ, ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ 1.49 ਮਿਲੀਅਨ ਟੈਂਪਰੇਰੀ ਰੈਜ਼ੀਡੈਂਟਸ ਦਾ ਜਿਹੜਾ ਪਰਮਿਟ ਸੀਗਾ ਉਹ ਪਿਛਲੇ ਸਾਲ ਖਤਮ ਹੋ ਗਿਆ, ਤੇ ਇਸ ਸਾਲ 1.4 ਮਿਲੀਅਨ ਹੋਰ ਲੋਕਾਂ ਦਾ ਜਿਹੜਾ ਪਰਮਿਟ ਹੈਗਾ ਉਹ ਖਤਮ ਹੋ ਜਾਣਾ, ਜਿਹਦਾ ਜੇ ਦੋਨਾਂ ਨੂੰ ਆਪਾਂ ਟੋਟਲ ਕਰਦੇ ਹਾਂ ਤਾਂ ਓਵਰ 2 ਇਅਰਸ ਦੇ ਵਿੱਚ ਟੋਟਲ 2.9 ਮਿਲੀਅਨ ਲੋਕ ਨੇ ਜਿਨ੍ਹਾਂ ਦੇ ਜਿਹੜੇ ਪਰਮਿਟਸ ਨੇ ਉਹ ਖਤਮ ਹੋ ਜਾਣੇ ਨੇ। ਅੱਛਾ, ਇਹ ਵੀ ਮੈਂ ਮੈਂਸ਼ਨ ਕਰਦੇ ਹਾਂ ਕਿ ਇਹਦੇ ਵਿੱਚ ਸਟੱਡੀ ਪਰਮਿਟਸ ਜਾਂ ਜਿਹੜੀਆਂ ਸਟੱਡੀ ਪਰਮਿਟ ਐਕਸਟੈਂਸ਼ਨ ਹੋਲਡਰਸ ਹੈ ਉਹ ਇਨਕਲੂਡ ਨਹੀਂ ਕੀਤੇ ਹੋਏ। 1.4 ਮਿਲੀਅਨ ਇਸ ਸਾਲ ਐਕਸਪਾਇਰ ਹੋਣੇ ਨੇ, ਜਿਹਦੇ ਵਿੱਚੋਂ ਸਿਰਫ ਜੂਨ ਦੇ ਮਹੀਨੇ ਦੀ ਜੇ ਇਕੱਲੇ ਦੀ ਗੱਲ ਕਰਦੇ ਹਾਂ ਤਾਂ 55% ਇਕੱਲੇ ਜੂਨ ਦੇ ਮਹੀਨੇ 'ਚ ਐਕਸਪਾਇਰ ਹੋ ਜਾਣੇ ਨੇ। IRCC ਦਾ ਇਹ ਵੀ ਕਹਿਣਾ ਹੈ ਕਿ 3,95,000 ਸਪੌਟਸ ਜਿਹੜੇ ਸੀ PR ਦੇ ਪਿਛਲੇ ਸਾਲ ਅਵੇਲੇਬਲ ਸੀਗੇ, ਤੇ ਇਸ ਸਾਲ 3,80,000 ਸਪੌਟਸ ਹੋਰ ਅਵੇਲੇਬਲ ਨੇ। ਉਹਦੇ ਨਾਲ 2.9 ਮਿਲੀਅਨ ਲੋਕਾਂ ਨੂੰ PR ਸਟੇਟਸ ਮਿਲਣਾ ਹੈ, ਪਰ 2.1 ਮਿਲੀਅਨ ਲੋਕ ਇਹਦੇ 'ਚ ਉਹ ਵੀ ਹੋਣਗੇ ਜਿਨ੍ਹਾਂ ਨੂੰ ਐਕਸਪਾਇਰਡ ਵੀਜ਼ਾਸ ਕਰਕੇ ਜਾਂ ਉਹਨਾਂ ਦਾ ਜਿਹੜਾ ਵਰਕ ਪਰਮਿਟ ਹੈ ਜਾਂ ਕੋਈ ਇਸ ਤਰ੍ਹਾਂ ਦਾ ਪਰਮਿਟ ਕਿਉਂਕਿ ਐਕਸਪਾਇਰ ਹੋ ਰਿਹਾ, ਉਹਨਾਂ ਨੂੰ ਇਹ ਕੰਟਰੀ ਛੱਡ ਕੇ ਵੀ ਜਾਣਾ ਪਊਗਾ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀਜ਼ ਨੇ ਵੀ ਇੱਕ ਨੰਬਰ ਜਿਹੜੇ ਨੇ ਉਹ ਜਾਰੀ ਕੀਤੇ ਨੇ ਕਿ ਕੈਨੇਡਾ ਨੇ ਮੋਰ ਦੈਨ 18,000 ਪੀਪਲ ਜਿਹੜੇ ਸੀਗੇ ਉਹ ਰਿਮੂਵ ਕੀਤੇ ਨੇ ਕੈਨੇਡਾ ਦੇ ਵਿੱਚੋਂ। ਇਹ ਜੇ ਆਪਾਂ ਇਹਨਾਂ ਨੂੰ ਇੱਕ ਡਾਟਾ ਮੰਨ ਕੇ ਚੱਲੀਏ ਤਾਂ ਇਹਦਾ ਮਤਲਬ ਹੈ ਕਿ ਹਰ ਹਫ਼ਤੇ 400 ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚੋਂ ਭੇਜੇ ਗਏ ਨੇ 2024-25 ਦੇ ਵਿੱਚ, ਤੇ ਜਿਹਦੀ ਜਿਹੜੀ ਕਾਸਟ ਹੈਗੀ ਹੈ ਉਹ 78 ਮਿਲੀਅਨ ਬਣਦੀ ਹੈਗੀ ਹੈ। ਇਹਦੇ ਵਿੱਚ ਜ਼ਿਆਦਾ ਅਸਾਈਲਮ ਸੀਕਰ ਸੀਗੇ, ਰੈਫਿਊਜੀ ਸਟੇਟਸ ਵਾਲੇ ਲੋਕ ਸੀਗੇ। ਹੁਣ ਇਹਦੇ ਬਾਰੇ ਹੀ ਅੱਜ ਆਪਾਂ ਗੱਲਬਾਤ ਕਰਨੀ ਹੈਗੀ ਹੈ ਕਿ ਜਿਹੜੇ ਲੋਕ ਨੇ ਜਿਨ੍ਹਾਂ ਦਾ ਪਰਮਿਟ ਜਿਨ੍ਹਾਂ ਦੇ ਐਕਸਪਾਇਰ ਹੋ ਰਹੇ ਨੇ, ਫਿਰ ਇਹਨਾਂ ਦਾ ਬਣਨਾ ਕੀ ਹੈ, ਕੀ ਕੋਈ ਲੀਗਲ ਕੌਨਸੀਕੁਐਂਸਿਸ ਹੁੰਦੇ ਨੇ ਜੇ ਉਹ ਬਿਨਾਂ ਪਰਮਿਟ ਤੋਂ ਇੱਥੇ ਰਹਿੰਦੇ ਨੇ। ਅੱਜ ਇਹਨਾਂ ਸਾਰੀਆਂ ਗੱਲਾਂ ਬਾਰੇ ਇਮੀਗ੍ਰੇਸ਼ਨ ਰਿਲੇਟਡ ਗੱਲਾਂ ਕਰਨ ਵਾਸਤੇ ਅੱਜ ਮੇਰੇ ਨਾਲ ਸਿਟੀ ਲਾਅ ਤੋਂ ਇੱਕ ਵਾਰੀ ਫੇਰ ਪੁਨੀਤ ਖਹਿਰਾ ਸ਼ਾਮਲ ਹੋਏ ਨੇ। ਉਹਨਾਂ ਦੇ ਨਾਲ ਗੱਲਬਾਤ ਕਰਕੇ ਇਹ ਸਾਰੀ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਜਾਣਨ ਦੀ ਕੋਸ਼ਿਸ਼ ਕਰਾਂਗੇ। ਪੁਨੀਤ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਦ ਸ਼ੋ। ਸਤਿ ਸ਼੍ਰੀ ਅਕਾਲ ਜੈਸਮਨ ਜੀ, and thank you for your listeners to listen. This is a very serious topic, so yeah, and the numbers are staggering. ਬਿਲਕੁਲ, so ਕਾਫੀ ਡਰਾਉਣ ਵਾਲੀ ਨੰਬਰਸ ਹੈਗੇ। ਪੁਨੀਤ, ਜਦੋਂ ਆਪਾਂ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਇਹ ਕਹਿੰਦੇ ਹਾਂ ਵੀ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਐਕਸਪਾਇਰ ਹੋਣ ਵਾਲਾ, ਸੋ ਇਹਦਾ ਮਤਲਬ ਕੀ ਹੁੰਦਾ ਜੀ, ਜੇ ਆਪਾਂ ਲੇਮੈਨ ਦੀ ਲੈਂਗੁਏਜ ਦੇ ਵਿੱਚ ਸਮਝਣਾ ਪਵੇ?
ਪਹਿਲੀ ਗੱਲ ਤਾਂ ਨਾ ਲੋਕਾਂ ਨੂੰ ਕਾਫੀ ਕਨਫਿਊਜ਼ਨ ਹੁੰਦੀ ਹੈ ਟੈਂਪਰੇਰੀ ਰੈਜ਼ੀਡੈਂਟ ਵੀਜ਼ਾਸ ਕੀ ਹੈ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਕੀ ਹੈ ਦੇ ਟੂ ਡਿਫਰੈਂਟ ਥਿੰਗਸ ਠੀਕ ਹੈ। temporary resident visa is just a visitor visa that allows you to come from one country to another country. ਤੁਸੀਂ ਉਹਦੇ temporary resident visa ਦੇ basis ਤੇ ਤੁਸੀਂ travel ਕਰਦੇ ਹੋ and ਤੁਹਾਨੂੰ ਜਦ ਤੁਸੀਂ port of entry ਤੇ ਆਉਂਦੇ ਹੋ whether it's airport or at the border you get a status. That status is either your study permit status or you get your work permit or visitor status. So these are various temporary resident statuses. Now ਤੁਸੀਂ question ਪੁੱਛਿਆ ਕਿ temporary resident status ਜਦ expire ਹੁੰਦਾ ਇਹਦੇ consequences ਕੀ ਹੈ that is your status ਜਦ ਤੁਹਾਡਾ expire ਹੁੰਦਾ that means your legally authorized stay in Canada is finished. अच्छा right ਤੁਸੀਂ ਅਗਰ ਸਟੱਡੀ ਪਰਮਿਟ ਸਟੇਟਸ 'ਚ ਆਏ ਹੋ ਤੁਹਾਡੀ ਸਟੱਡੀ ਪਰਮਿਟ ਖਤਮ ਹੋ ਚੁੱਕਿਆ ਹੈ ਜਾਂ ਵਰਕ ਪਰਮਿਟ ਸਟੇਟਸ ਤੁਹਾਡਾ ਖਤਮ ਹੋ ਚੁੱਕਿਆ ਹੈ that is what it means. You all obviously there's a provision that allows you to make an extension of your work permit status or study permit status or visitor visa status but that has to be done before the expiry of your temporary resident status. ਉਹ ਜੇ ਤੁਸੀਂ extend ਕਰ ਦਿੰਦੇ ਹੋ ਤੇ ਤੁਹਾਨੂੰ maintain status ਤੇ ਆ ਜਾਂਦੇ ਹੋ. For example, ਅਗਰ ਤੁਸੀਂ work permit status expire ਹੋਣ ਤੋਂ ਪਹਿਲਾਂ ਤੁਸੀਂ ਆਪਣੀ extension apply ਕਰਤੀ ਹੈ for work permit ਜਦ ਤੱਕ ਤੁਹਾਡਾ case determine ਨਹੀਂ ਹੁੰਦਾ ਤੁਸੀਂ ਇੱਕ maintain status 'ਚ ਆ ਜਾਂਦੇ ਹੋ and you can continue working until you get a decision. Okay. So but ਅਗਰ ਉਹ status ਵੀ and ਤੁਹਾਡਾ decision refuse ਹੋ ਜਾਂਦਾ ਹੈ then basically you are required to leave the country. Your authorized stay in Canada is over. Simple as that, right? You're then required to leave the country and so all the consequences are down there. ਸੋ ਜੇ ਨਹੀਂ ਕੋਈ ਲੀਵ ਕਰਦਾ ਉਸ ਸਿਚੁਏਸ਼ਨ ਦੇ ਵਿੱਚ ਰਹੀ ਜਾਂਦਾ ਫਿਰ ਕੀ ਲੀਗਲ ਕਨਸੀਕੁਐਂਸਸ ਹੋ ਸਕਦੇ ਹੈ? You're unauthorized, you're not a legal, you do not have a legal status. You should not be legally, let's say ਤੁਸੀਂ extension ਲਈ apply ਕੀਤਾ and ਤੁਹਾਡਾ extension ਵੀ refusal ਚ ਆ ਗਿਆ ਹੈ then automatically just so that people understand the consequences when you get a refusal you then need to either apply for a judicial review challenging that decision right ਕਿ ਇਹ decision unreasonable ਸੀ ਜਾਂ ਮੈਨੂੰ procedural fairness ਨਹੀਂ ਮਿਲੀ ਤਾਂ ਤੁਸੀਂ judicial review apply ਕਰ ਸਕਦੇ ਹੋ ਅਗਰ ਕੋਈ ਤੁਹਾਡੇ ਤੇ appeal provision ਹੈਗੀ ਹੈ appeal for example ਇੱਕ refugee case ਅਗਰ deny ਹੋ ਜਾਂਦਾ ਹੈ you can appeal to the refugee appeal division ਉੱਥੋਂ ਨਹੀਂ ਹੁੰਦਾ ਫਿਰ ਤੁਸੀਂ judicial review apply ਕਰ ਸਕਦੇ ਹੋ so you have legal procedures in place but ਲੋਕੀ ਇਹ ਭੁੱਲ ਜਾਂਦੇ just because you have let's say there's a visitor visa there's a work permit application that has been refused ਤੁਸੀਂ judicial review apply ਕਰਤੀ ਹੈ in my experience I hear a lot of people assuming कि अगर मैं judicial review apply करता automatic stay होगी. अच्छा That is not true. Okay. That is not true. You have to take positive steps towards getting an application in court, in federal court, and getting a stay of your removal order. Or या तुसी deferral request apply कर सकते हो. उधर बात we can talk more about this. बात करांगे. Yes. ਜਿਹੜੇ temporary residents ਹੈਗੇ ਹੈ ਬਹੁਤ ਸਾਰੇ temporary residents almost ਇਸ ਸਾਲ ਦੇ ਵਿੱਚ ਜੇ ਮੈਂ ਗੱਲ ਕਰਦੀ ਹਾਂ ਤਾਂ 55% ਤਾਂ ਸਿਰਫ ਜੂਨ ਦੇ ਵਿੱਚ ਹੀ ਜਿਹੜੀ ਕਿ ਗਿਣਤੀ 1.4 ਮਿਲੀਅਨ ਹੈ ਜਿਨ੍ਹਾਂ ਦਾ ਐਕਸਪਾਇਰ ਹੋ ਜਾਣਾ ਪਰਮਿਟ ਤੇ ਉਹਨਾਂ ਨੂੰ ਕੰਟਰੀ ਜਿਹੜਾ ਹੈਗਾ ਉਹ ਛੱਡਣਾ ਪੈ ਸਕਦਾ ਅੱਜ ਇਹਦੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਪੁਨੀਤ ਖਹਿਰਾ ਸ਼ਾਮਲ ਹੋਏ ਨੇ ਪੁਨੀਤ ਤੁਸੀਂ ਜੁਡੀਸ਼ੀਅਲ ਰਿਵਿਊ ਬਾਰੇ ਮੈਂਸ਼ਨ ਕੀਤਾ ਸੀਗਾ ਸਾਨੂੰ ਸਮਝਾਓ ਜੀ ਕੀ ਹੁੰਦਾ ਜੁਡੀਸ਼ੀਅਲ ਰਿਵਿਊ ਤੇ ਸਟੇ ਐਪਲੀਕੇਸ਼ਨ ਕੀ ਹੁੰਦੀ ਹੈ Okay, so ਜਿੱਦਾਂ ਕਿਸੇ ਨੇ ਅਪਲਾਈ ਕੀਤਾ ਫॉर ਸਟੱਡੀ ਪਰਮਿਟ ਐਕਸਟੈਂਸ਼ਨ ਰਾਈਟ ਸਟੱਡੀ ਪਰਮਿਟ ਐਕਸਟੈਂਸ਼ਨ ਰਿਫਿਊਜ਼ ਹੋ ਗਈ ਹੈ ਅੱਜ ਕੱਲ੍ਹ ਧੱਕਾ ਵੀ ਬਹੁਤ ਹੋ ਰਿਹਾ ਹੈ ਬਿਕਾਜ਼ ਵਾਟ ਹੈਪਨਸ ਇਜ਼ ਗਵਰਨਮੈਂਟ ਇੰਟੈਂਟ ਹੈਜ਼ ਚੇਂਜ ਗਵਰਨਮੈਂਟ ਇੰਟੈਂਟ ਹੈ ਕਿ ਜਿੰਨੇ ਜਿੱਦਾਂ ਤੁਸੀਂ ਬੋਲਿਆ ਜਿੰਨੇ ਕੱਢ ਸਕਦੇ ਲੋਕਾਂ ਨੂੰ ਕੱਢੋ ਰਾਈਟ ਸੋ ਦੇਰ ਇਜ਼ ਅ ਵੈਰੀ ਹਾਈ ਰੇਟ ਆਫ ਰਿਫਿਊਜ਼ਲ ਥੀਸ ਡੇਜ਼ ਰਾਈਟ ਸੋ ਜਦ ਰਿਫਿਊਜ਼ਲ ਆਉਂਦੇ ਆ ਤੁਹਾਡੇ ਕੋਲ ਉਸ ਟਾਈਮ ਕੀ ਆਪਸ਼ਨ ਹੈ ਤੁਹਾਡੇ ਕੋਲ ਇਨ ਦਿਸ ਸਿਚੁਏਸ਼ਨ ਹੈ ਆਪਸ਼ਨ ਬਿਕਾਜ਼ ਦੇਰ ਇਜ਼ ਨੋ ਅਪੀਲ ਰਾਈਟ ਇਟਸ ਟੈਂਪਰੇਰੀ ਰੈਜ਼ੀਡੈਂਟ status. So temporary resident status to mostly appeal rights nahi hunde. Then you can apply for judicial review to federal court. Basically on the basis ਇਹ ਹੁੰਦਾ ਹੈ ਕਿ ਜੇ officer ਨੇ ਇਹ decision ਜੋ ਬਣਾਇਆ ਹੈ ਇਹ unreasonable decision ਹੈ evidence ਨੂੰ ਮੱਦੇ ਨਜ਼ਰ ਰੱਖ ਕੇ ਨਹੀਂ ਬਣਾਇਆ ਇਹਨਾਂ ਨੇ ਇਹ evidence ignore ਕੀਤਾ ਮੈਂ ਸਾਰੇ documents ਦਿੱਤੇ ਸੀ ਇਹਨਾਂ ਦੇ ਬੜੇ standard lines ਹੁੰਦੇ ਹੈ you will not leave country you don't have enough financial means you don't have enough connection to your home country these are very typical grounds that they
they refuse. But you have, your parents are in India, you have enough funds in the account, you have diligently pursued. If you have all the right reasons why that that officer's decision is unreasonable, to say evidence provide kita, you should challenge, and that is called judicial review, right? So but एक misconception बहुत ਵੱਡੀ ਹੈ ਲੋਕਾਂ 'ਚ ਅੱਜਕੱਲ ਸਪੈਸ਼ਲੀ ਲੋਕੀ ਬੋਲਦੇ ਹਨ ਜੁਡੀਸ਼ੀਅਲ ਰਿਵਿਊ ਅਪਲਾਈ ਕਰਤਾ ਹੈ, they think they are now allowed to stay in the country. ਤੇ ਰਹਿ ਸਕਦੇ ਹੋ ਹੁਣ ਤੁਸੀਂ? That is not true. ਅੱਛਾ, That is ਜੇ not ਤੁਸੀਂ true. ਜੁਡੀਸ਼ੀਅਲ ਰਿਵਿਊ ਅਪਲਾਈ ਕੀਤਾ ਤਾਂ ਬਹੁਤ ਵਾਰੀ ਕਈ ਵਾਰੀ ਇਹ ਕਹਿ ਦਿੱਤਾ ਜਾਂਦਾ, ਗਾਈਡ ਕਰ ਦਿੱਤਾ ਜਾਂਦਾ ਕਿ ਤੁਸੀਂ ਤਾਂ ਰਹਿ ਸਕਦੇ ਹੋ ਹੁਣ ਕੰਟਰੀ 'ਚ, ਪਰ ਨਹੀਂ ਰਹਿ ਸਕਦੇ. ਹਾਂ, ਮੋਸਟਲੀ ਅੱਜਕੱਲ I have seen many cases they said judicial review apply ਕਰਤਾ ਤਾਂ ਉਹਨਾਂ ਨੇ ਕੁਝ ਨਹੀਂ ਕਰਨਾ, CBSA ਨੇ. That is not true. Judicial review apply ਕਰਨ ਦਾ ਮਤਲਬ ਇਹੀ ਹੈ ਕਿ ਤੁਸੀਂ ਚੈਲੰਜ ਕੀਤਾ ਹੈ but doesn't give you a right to stay in this country. So CBSA can still take the steps necessary to get you removed from the country, right? Now ਇੱਕ ਗੱਲ, ਜਦ ਤੁਸੀਂ ਤੁਹਾਨੂੰ ਰਿਫਿਊਜ਼ਲ ਆਉਂਦੀ ਹੈ, ਉਹ ਰਿਫਿਊਜ਼ਲ ਜੋ ਹੁੰਦੀ ਹੈ ਡਿਪਾਰਚਰ ਆਰਡਰ ਕਿਹਾ ਜਾਂਦਾ, you leave the country, and if you don't leave the country within 30 days, ਉਹ ਡਿਪਾਰਚਰ ਆਰਡਰ automatically deportation order ਬਣ ਜਾਂਦਾ ਹੈ. So that means that you cannot come back to the country without getting an authorization to return to Canada if you are removed. But what you should be doing when you get a judicial review application, you should talk to a lawyer, assess whether you have factors. ਅਗਰ ਤੁਸੀਂ removal ਤੁਹਾਡੀ imminent ਹੋ ਗਈ ਹੈ, ਤੁਹਾਨੂੰ ਹੁਣ ਇਹਨਾਂ ਨੇ CBSA will keep calling you for interview, do not miss attending those interviews, because if you missed attending any one of these interviews that CBSA calls you, it's like undertaking. You have to report on a certain date every Monday, every Wednesday, or they're basically making sure they're keeping tab on you. ताकि जब removal ready होंगे, they will tell you to leave the country. But if you actually miss any one of those CBSA appointments, that removal may be happening sooner rather than later. Because you kind of, now they think you're you're a risk to go underground. ਕਿਉਂਕਿ ਤੁਸੀਂ ਗਏ ਨਹੀਂ ਉਸ appointment. So very, very important, if there's anything that anyone listening to, apni CBSA interviews seriously lo, keep your full file handy, be in a position to convince the officer why I'm not a risk, and agar ਉਹਨਾਂ ਨੂੰ ਲੱਗਦਾ they may not enforce on the removal right away, but it's completely up to them to if they think the passport is valid, all the conditions are met, they may put you onto a plane in next 3 to 6 weeks or couple of months, right? When ਤੁਹਾਡੀ removal ready, removal imminent ਹੈ ਕਿ ਹੁਣ ਪਤਾ ਹੈ ਕਿ ਤੁਹਾਨੂੰ ਨਾ if another 10-15 days or 20 days to fly to ਪਾਣ ਲੱਗੇ ਹੈ, you should then apply for a stay application in judicial review. So stay application federal court ਚ ਤੁਸੀਂ apply ਕਰਦੇ ਹੋ on the basis ਕਿ ਮੇਰਾ ਜੋ case ਹੈ strong ਹੈ, serious issue is being determined, I'm waiting for that issue to be determined in federal court. ਅਗਰ ਮੈਨੂੰ remove ਕੀਤਾ ਗਿਆ, irreparable harm ਹੋ ਸਕਦਾ ਹੈ ਮੈਨੂੰ, which is harm to your life, risk to your safety. So those kind of conditions, if you have a child who is born here, getting the child out of the school until your judicial review application, that is also irreparable harm. If you have a medical condition ਜਿਹਦੇ ਲਈ ਤੁਸੀਂ treatment ਲੈ ਰਹੇ ਹੋ, and ਉਹ treatment ਤੁਸੀਂ ਹੁਣ in between treatment ਛੱਡ ਕੇ ਜਾਣਾ ਪੈਂਦਾ ਹੈ, and there's no adequate treatment in your home country, that can be considered irreparable harm. All these factors the basis ਤੇ you can apply to the court and ask the court for permission ਕਿ ਮੇਰੀ ਨਾ ਜੋ removal ਹੈ stay ਕੀਤੀ ਜਾਏ ਜਦ ਤੱਕ ਮੇਰੀ main judicial review application determine ਨਹੀਂ ਹੁੰਦੀ. Main judicial review application determine ਹੁੰਦੇ ਕਈ ਵਾਰੀ 6 ਮਹੀਨੇ ਤੋਂ ਸਾਲ easily ਲੱਗ ਜਾਂਦਾ ਹੈ. Right? So ਜੇ ਕਿਸੇ ਨੇ ਜੁਡੀਸ਼ੀਅਲ ਰਿਵਿਊ ਦੀ ਐਪਲੀਕੇਸ਼ਨ ਪਾਈ ਹੈ, ਉਹ ਨਾਲ ਸਟੇ ਐਪਲੀਕੇਸ਼ਨ ਵੀ ਪਾ ਸਕਦੇ ਹਾਂ. There's an exception to that. ਅਗਰ ਤੁਸੀਂ refugee file ਕੀਤਾ ਹੈ, refugee ਦਾ ਜਿੱਦਾਂ ਤੁਹਾਨੂੰ process ਹੈ, refugee ਅਗਰ refuse ਹੋ ਜਾਂਦਾ ਹੈ, RPT which is refugee protection division, ਉਹਦੇ ਬਾਅਦ ਤੁਸੀਂ appeal right ਹੈ ਤੁਹਾਡੇ ਕੋਲ refugee appeal division ਜਾਣ ਲਈ. ਜੇ refugee appeal division ਤੇ ਵੀ appeal ਤੁਹਾਡੀ dismiss ਹੋ ਜਾਂਦੀ ਹੈ, ਤੁਸੀਂ judicial review apply ਕਰਦੇ ਹੋ, but you are very strictly within the 15-day timeline. ਅਗਰ ਤੁਸੀਂ 15 ਦਿਨ ਦੇ ਬਾਅਦ judicial review apply ਕੀਤਾ, this may not apply to you, but ਅਗਰ ਤੁਸੀਂ properly within timeline ਤੁਸੀਂ judicial review apply ਕੀਤਾ, only for refugee cases there is an exception, there is an automatic stay.
Okay, ਲੋਕੀ ਕਨਫਿਊਜ਼ ਹੋ ਜਾਂਦੇ, ਉਹਨਾਂ ਨੂੰ ਲੱਗਦਾ ਰੈਫਿਊਜੀ ਲਈ ਵੀ ਆਟੋਮੈਟਿਕ ਸਟੇ ਹੈ, ਟੈਂਪਰੇਰੀ ਰੈਜ਼ੀਡੈਂਟ ਸਟੇਟਸ ਲਈ ਵੀ ਆਟੋਮੈਟਿਕ ਸਟੇ ਹੈ. That's not true. If applicable, ਅਗਰ ਤੁਹਾਨੂੰ ਰਿਸਕ ਲੱਗਦਾ ਹੈ, CBSE is also determining during these interviews ਕਿ ਤੁਹਾਨੂੰ ਵਾਪਸੀ ਘਰ ਅਗਰ ਤੁਹਾਨੂੰ ਹੋਮ ਕੰਟਰੀ 'ਚ ਭੇਜਦੇ ਤੁਹਾਨੂੰ ਕੋਈ ਰਿਸਕ ਤਾਂ ਨਹੀਂ ਹੈ. It's called pre-removal risk assessment. ਤੁਸੀਂ ਉਹਦੇ ਲਈ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਜੈਨੂਇਨ ਫੀਅਰ ਹੈਗਾ ਕੁਝ, ਕਿ ਤੁਹਾਡੀ ਸੇਫਟੀ ਨੂੰ ਰਿਸਕ ਹੈਗਾ, ਤੁਸੀਂ ਇੱਕ PRA ਲਈ ਅਪਲਾਈ ਕਰ ਸਕਦੇ ਹੋ, which is pre-removal risk assessment. And that is another application that can potentially save you for at least make you stay in this country. So basically steps ਹੈਗੇ ਆ ਜਿਹੜੇ ਸਾਰੇ ਫੋਲੋ ਕਰਨੇ ਪੈਣੇ ਆ. ਇਹ ਨਹੀਂ ਹੈ ਕਿ ਤੁਸੀਂ ਜੁਡੀਸ਼ੀਅਲ ਰਿਵਿਊ ਪਾਤਾ ਤੇ ਹੁਣ ਤੁਸੀਂ ਆਰਾਮ ਦੇ ਨਾਲ ਸਟੇ ਕਰ ਸਕਦੇ ਹੋ. No. And in this context also deferral applications ਵੀ ਕਰ ਸਕਦੇ ਹੋ, but deferral is a very stricter test. Deferral 'ਚ ਹੁੰਦਾ ਕਿ let's say ਤੁਹਾਨੂੰ ਹੁਣ Saturday ਜਾਣਾ ਪਿਆ and ਅੱਜ Tuesday ਤੁਸੀਂ deferral request CBSE officer ਨੂੰ, this is not federal court, deferral request CBSE officer ਨੂੰ apply ਕਰ ਸਕਦੇ ਹੋ ਕਿ ਮੇਰੇ I have this medical appointment, or I have or like COVID the time there was this happening in your home country, I cannot be removed to my home country. Or if you are going to a place like Iran, you can't because the country conditions are there. So very limited discretion there. Then you can apply for deferral, and CBSE ਕੋਲ mandate ਹੁੰਦਾ ਕਿ within 48 hours ਉਹਨਾਂ ਨੇ ਤੁਹਾਨੂੰ answer ਦੇਣਾ ਕਿ ਤੁਹਾਨੂੰ defer ਕਰ ਰਹੇ ਹਨ ਤੁਹਾਡੀ stay, or whether, and that deferral is for a very short period of time, very specific reasons, ਤਾਂ ਤੁਸੀਂ deferral ਵੀ apply ਕਰ ਸਕਦੇ ਹੋ, but in most conditions you will have to apply for stay. Okay. ਪੁਨੀਤ, ਸਾਨੂੰ ਇਹ ਦੱਸੋ ਵੀ ਜਦੋਂ ਕਿਸੇ ਦਾ ਪਰਮਿਟ ਐਕਸਪਾਇਰ ਹੋਣ ਵਾਲਾ ਹੈ, ਹਜੇ ਹੋਇਆ ਨਹੀਂ ਹੈ ਲੇਕਿਨ ਹੋਣ ਵਾਲਾ, ਉਹਨਾਂ ਨੂੰ ਪਤਾ ਹੈ ਕਿ ਇਨ ਫਿਊਚਰ ਉਹਨਾਂ ਦਾ ਜਿਹੜਾ ਪਰਮਿਟ ਹੈ ਐਕਸਪਾਇਰ ਹੋਣ ਵਾਲਾ, ਕੀ ਕਰਨਾ ਚਾਹੀਦਾ ਜੀ? ਕੀ ਸਟੈਪਸ ਹੁੰਦੇ ਨੇ ਜੇ ਸਾਨੂੰ ਤੁਸੀਂ ਗੋ ਥਰੂ ਕਰ ਸਕੋ ਥਰੂ ਦ ਸਟੈਪਸ? ਜਿੱਦਾਂ ਤੁਸੀਂ numbers ਦੱਸੇ 1.4 million people are expired to, so what, just to get this in context, last year 1.4 million ਲੋਕਾਂ ਦੇ expire ਹੋਏ ਸੀ status. ਉਹਨਾਂ ਚੋਂ ਉਹਨਾਂ ਨੇ ਕੀ ਕੀਤਾ, before the expiry of the status they have either applied for the extension of their status, that is ਅਗਰ study permit ਹੈਗਾ ਤਾਂ study permit extension apply ਕੀਤੀ, work permit ਹੈ ਉਹਦਾ extension apply ਕੀਤੀ ਹੈ, visitor. So ਉਹ ਜਦ extension ਜਿੱਦਾਂ ਮੈਂ ਸ਼ੁਰੂ ਕੀਤਾ ਸੀ, ਜਦ ਤੁਸੀਂ extension apply ਕਰਦੇ ਹੋ, ਜਦ ਤੱਕ ਉਹਦਾ decision ਨਹੀਂ ਆਉਂਦਾ, you're under maintained status. ਅੱਛਾ ਜੀ, right? ਉਹ maintained status ਦਾ ਮਤਲਬ ਇਹ ਹੈ ਜੋ ਤੁਸੀਂ ਕਰ ਰਹੇ ਹੋ ਕਰ ਸਕਦੇ ਹੋ. If you're studying, you can continue studying under maintained status. If you're working, you can continue working under maintained status ਜਦ ਤੱਕ ਤੁਹਾਡਾ decision ਨਹੀਂ ਆਉਂਦਾ, right? So first step is to apply for extension within time, before the expiry of your status. Okay. Second is when you're applying for, you can apply for change conditions. Like, if you are a worker and now you want to go for a study program, you can apply for a change condition as well. So, depending upon, obviously it will be harder to convince that, but you can make that application. The third thing you can do is restoration status. Now, let's say ਤੁਹਾਡਾ expire ਹੋ ਹੀ ਗਿਆ status. Yes. Okay? ਤੁਸੀਂ extension apply ਨਹੀਂ ਕੀਤੀ within, people forget, people are not given right advice, or for whatever reason ਤੁਸੀਂ apply ਨਹੀਂ ਕਰ ਪਾਏ extension of the status, ਤੇ ਤੁਸੀਂ restoration ਲਈ apply ਕਰ ਸਕਦੇ ਹੋ. Restoration ਤੁਸੀਂ within 90 days of expiry of the status apply ਕਰ ਸਕਦੇ ਹੋ. So ਇਹਦਾ ਮਤਲਬ ਇਹ ਹੁੰਦਾ ਕਿ ਇਹ ਤੁਹਾਡਾ restore ਕਰਦਾ status to the status when you originally came to Canada. Okay. So let's say if you are now working and you originally came to Canada on a visitor, you are asking for restoration to your visitor status. You're trying to give that last kick at the can कि मेरा restore कितना जाए status, right? So the other thing you can also do is temporary permits. So temporary resident permits, ਤੁਸੀਂ apply ਕਰ ਸਕਦੇ ਹੋ. Again, this is an exception. It's a discretionary remedy. Basically, ਅਗਰ ਤੁਹਾਡਾ status expire ਹੋ ਗਿਆ, and ਤੁਸੀਂ ਇਹ judicial review, ਇਹ ਸਾਰੇ options ਜੋ ਆਪਾਂ discuss ਕਰ ਉਹ ਵੀ ਹੈਗੇ ਆ, ਪਰ ਤੁਸੀਂ temporary resident permit status ਲਈ apply ਕਰ ਸਕਦੇ ਹੋ on the basis ਕਿ ਮੇਰਾ status expire ਹੋ ਗਿਆ, but I have enough basis. I have kids here. I'm a very contributing member of the economy. But I have this, my kid is going through a special treatment and I need my status to be temporarily extended so
that मैं status च आ जाए and then I can make other applications. So ਤੁਹਾਨੂੰ temporary resident permit ਦਿੱਤਾ ਜਾ ਸਕਦਾ ਹੈ, which can be for a short time, 6 months or 1 year or 2 years. What it allows people to do is, if you are getting, it regularizes your status if you apply for temporary resident permit. ਜਦੋਂ ਤੁਹਾਡਾ regular ਹੋ ਜਾਂਦਾ status, ਫਿਰ ਤੁਸੀਂ HNC भी apply ਕਰ ਸਕਦੇ ਹੋ, humanitarian compassionate, because these are applications you cannot make when you are out of status from within Canada. So that is kind of, these are very, very discretionary remedies. When I say discretionary, ਏਦਾਂ ਨਹੀਂ ਹੈ ਕਿ you've met the checklist, you should get it. No. Discretionary is you really have to compel the visa officer to compelling reasons again in your case that the visa officer should exercise their discretion in allowing you to stay back. So those are harder applications to do, and they're submission-based applications. But these generally would be the things that I would tell people to keep in mind. And again, anytime in doubt, talk to a lawyer, get proper advice, because there's a lot of wrong advice out there in public. ਬਿਲਕੁਲ ਅੱਛਾ ਪੁਨੀਤ, ਜੇ ਕਿਸੇ ਦਾ ਰਿਮੂਵਲ ਆਰਡਰ ਇਸ਼ੂ ਹੋ ਜਾਂਦਾ, ਉਸ ਕੇਸ ਦੇ ਵਿੱਚ ਕਈਆਂ ਨੂੰ ਲੱਗਦਾ ਵੀ ਮੈਨੂੰ ਕੱਲ ਹੀ ਕੀ ਇਹਨਾਂ ਨੇ ਡਿਪੋਰਟ ਕਰ ਦੇਣਾ ਇਸ ਕੰਟਰੀ ਤੋਂ, ਜਾਂ ਕਿਸ ਤਰ੍ਹਾਂ ਇਹ ਕੀ ਪ੍ਰੋਸੀਜਰ ਹੁੰਦਾ ਜੀ ਰਿਮੂਵਲ ਆਰਡਰ ਜਦੋਂ ਇਸ਼ੂ ਹੁੰਦਾ, ਉਸ ਤੋਂ ਬਾਅਦ ਕੀ ਸਟੈਪਸ ਹੁੰਦੇ ਨੇ? ਲੋਕਾਂ ਦੇ ਮਨ 'ਚ ਬਹੁਤ ਡਰ ਹੁੰਦਾ ਇਹਨੂੰ ਲੈ ਕੇ ਵੀ ਹੁਣ ਨੈਕਸਟ ਕੀ ਹੋਣਾ, ਵੀ ਇਸ਼ੂ ਹੋ ਗਿਆ ਮੇਰਾ ਤਾਂ ਰਿਮੂਵਲ ਆਰਡਰ। पहले मैं एक्सप्लेन करूँगी रिमूवल ऑर्डर क्यों इशू होता है. रिमूवल ऑर्डर इशू होता है if they find you are inadmissible, and or if you are out of status, then also removal order can be issued. Or if you have a criminal conviction or you've not complied with the regulations, they can issue a removal order. मैं examples देंदी हूँ. आजकल बहुत हो रहा है. एक student हैगा, he is casually studying, he's not really actively pursuing education. He's kind of उन्हें अपनी मर्जी ना classes ले रहा है, failed grades हैगे हैं, he's not attending school regularly, and there's a gap in his education without authorized leave. वो बंदा travel कर रहा है in his car, and traffic violation हो जाती है, या routine police checkup होता है. Routine police checkup is done by RCMP or regular police. आजकल की हो रहा है, when they see you are on a status, whether it's study permit or work permit status, they then inform CBSA ki this is the situation, and CBSA can then take steps towards this. So it's very, very important what's happening, because people don't realize when they're out there, the ajkal powers of CBSA have increased quite a lot. So in that situation, CBSA ne file open karni hai, CBSA ne dekhna hai ki okay, I'm going to call this person for interview. Okay, CBSA ne interview ch determine karna ਇਹਦੇ grades भी ठीक नहीं है, इन्हें miss कितना studies है ना, is not diligently pursuing his education, then CBSA can give you a removal order, even if you are on a valid study permit. So the study permit hun tak expire nahi hoya. There's another 3 months, but the CBSA officer will determine you are not genuinely or actively pursuing your study. So we are going to give you a removal order. You breached your condition of stay in this country. Right? So when a removal order is issued, it can be then the steps can start. Then they'll tell you, okay, report every Tuesday. So you basically jida hunda to see prohibition there, you have to give an undertaking. Similar process. CBSA will keep calling you and assess and make sure that you are they will get all your information, all your addresses. They will probably keep your passport also. And on that basis, they will then determine whether now either every condition has been met and all the conditions have been met, and they will actually tell you to report to depart. Right? They'll say on this date your flight is booked. Do you have money for that? If you have money, they'll make you book the flight and say, give us a confirmation. If they don't, they will book the flight for you, and you are supposed to report on a certain date and leave the country. That is what is happening practically these days. Implications of a removal order ki hunde hai ki you are then not allowed to come to the country for a period of 1 year.
unless you get an authorization to return to Canada. So ਤੁਸੀਂ 1 ਸਾਲ ਬਾਅਦ ਦੁਬਾਰਾ ਅਪਲਾਈ ਕਰ ਸਕਦੇ ਕਰ ਦਿੱਤਾ ਜਾਂਦਾ ਅਗਰ ਰਿਮੂਵਲ ਆਰਡਰ ਹੈ ਬਟ ਅਗਰ ਉਹ ਡੈਪੂਟੇਸ਼ਨ ਆਰਡਰ ਚ ਕਨਵਰਟ ਹੋ ਜਾਂਦਾ ਹੈ which can be because ਆਪਾਂ ਗੱਲ ਕੀਤੀ ਸੀ ਤੁਹਾਡਾ ਟੈਂਪਰੇਰੀ ਰੈਜ਼ੀਡੈਂਟ ਸਟੇਟਸ ਐਕਸਪਾਇਰ ਹੋ ਗਿਆ ਡਿਪਾਰਚਰ ਆਰਡਰ 30 ਡੇਜ਼ ਚ ਤੁਸੀਂ ਰਿਮੂਵ ਨਹੀਂ ਕੀਤਾ ਤੁਹਾਡਾ ਆਟੋਮੈਟਿਕਲੀ ਡੈਪੂਟੇਸ਼ਨ ਆਰਡਰ ਆ ਗਿਆ ਯੈਸ ਤੇ ਅਗਰ ਡੈਪੂਟੇਸ਼ਨ ਆਰਡਰ ਚ ਕਨਵਰਟ ਹੋ ਜਾਂਦਾ ਹੈ ਤੁਹਾਡਾ ਰਿਮੂਵਲ ਆਰਡਰ ਵੀ then you are permanently banned from coming to country unless you get an authorization to return to Canada. So they're very, very serious consequences. So people need to think if your status is expiring or if is expired and you don't remove yourself and if you have a genuine basis to come back to the country, then it is better to leave the country and then apply from outside the country. However, unfortunately, so the immigration policy, numbers, quotas, everything has changed and it may be there for some time before new policies come in. ਉਹਨੇ ਸਟੇ ਐਪਲੀਕੇਸ਼ਨ ਦਾ ਵੀ ਤੁਸੀਂ ਜ਼ਿਕਰ ਕੀਤਾ ਸੀ ਫਿਰ ਜਿਹੜੀ ਸਟੇ ਐਪਲੀਕੇਸ਼ਨ ਹੈ ਉਹ ਕਦੋਂ ਲਗਾਉਣੀ ਚਾਹੀਦੀ ਹੈ ਜੀ ਸਟੇ ਐਪਲੀਕੇਸ਼ਨ ਜਦ ਤੁਹਾਡਾ ਮੈਂ ਪਹਿਲਾਂ ਕਿਹਾ ਸੀ ਜਦ ਤੁਹਾਡੀ ਰਿਮੂਵਲ ਆਰਡਰ ਇਮੀਨੈਂਟ ਹੋ ਗਿਆ ਜਦ ਤੁਹਾਡਾ ਰਿਮੂਵਲ ਫਰਮ ਦਿਸ ਕੰਟਰੀ ਇਮੀਨੈਂਟ ਹੈ ਇਹਦਾ ਮਤਲਬ ਇਹ ਹੈ ਕਿ ਲਾਈਕ ਆਈ ਸੈਡ CBSA ਆਫਿਸਰ ਤੁਹਾਨੂੰ ਬੁਲਾ ਰਹੇ ਹੈ ਐਂਡ ਬਾਰ-ਬਾਰ ਬੁਲਾ ਰਹੇ ਐਂਡ the CBSA officer will give you an idea in the next 3 to 6 weeks we're going to be making your removal ready we will be asking you to leave the country that means you're leaving. Problem that people have when they make a stay application is ਤੁਸੀਂ Saturday remove ਹੋ ਰਹੇ ਹੋ ਤੁਸੀਂ ਇੱਕ lawyer ਕੋਲ Thursday ਨੂੰ consult ਕਰ ਰਹੇ ਹੋ now you're bringing a stay application on a Friday judge ਬੋਲਦਾ ਤੁਹਾਨੂੰ ਤਾਂ ਇਹ ਪਤਾ ਸੀ idea ਸੀਗਾ a reasonable person would have an idea that in 3 to 6 weeks you were going to be removed why did you not act sooner now you expect federal court ਕਿ ਰਾਤ ਨੂੰ hearing ਕਰਨੀ ਹੈ ਸਵੇਰੇ hearing ਕਰਨੀ ਹੈ weekend ਤੇ hearing ਕਰਨੀ ਹੈ ਬੋਲਦਾ why you have not taken your removal orders seriously so ਜਿੱਦਾਂ ਤੁਹਾਨੂੰ ਪਤਾ ਲੱਗਿਆ ਹੁਣ ਮੇਰਾ imminent ਹੈ ਹੁਣ ਮੈਨੂੰ ਪਤਾ ਕਿ I have to be removed and they'll give you a fair warning like and next we are making arrangements for you to be removed those kind of things will come up that means you need to talk to a lawyer and if you have valid grounds to make a stay application you should then make a stay application sooner rather than later ਉਹਨੇ ਤੁਹਾਡੇ ਐਕਸਪੀਰੀਅੰਸ ਦੇ ਵਿੱਚ ਤੁਸੀਂ ਤਾਂ ਹੁਣ ਰੋਜ਼ ਡੀਲ ਕਰਦੇ ਹੋ ਇਦਾਂ ਦੇ ਕੇਸਿਸ ਦੇ ਨਾਲ ਕਿੰਨੇ ਕੁ ਪਰਸੈਂਟੇਜ ਹੈਗੇ ਆ ਟੈਂਪਰੇਰੀ ਰੈਜ਼ੀਡੈਂਟਸ ਦੇ ਜਿਹੜੇ ਕਿ ਸਕਸੈਸਫੁਲੀ ਐਕਸਟੈਂਡ ਕਰਦੇ ਆ ਜਾਂ ਚੇਂਜ ਕਰਦੇ ਆ ਆਪਣਾ ਸਟੇਟਸ before expiry? It's a very, very dodgy question. I would not like to answer because I have no data about this, quite honestly speaking. But मैं ये कह सकती हूँ government intent. Yes. So if they are trying to reduce the temporary resident visa temporary resident status holders to approximately 5% of the population. So they have to remove, I think we are, if I remember correctly, we were almost at 10 or 11 million. And the healthy population for temporary resident visa holders in this country is about 5 million. They have to remove a lot of people. So ਤੁਸੀਂ ਸੋਚੋ ਕਿ the percentage is going to be very high. ਜਿੱਦਾਂ ਮੈਂ ਕਿਹਾ ਸੀ ਅੱਜ ਕੱਲ੍ਹ ਰਿਫਿਊਜ਼ਲਸ ਬਹੁਤ ਆ ਰਹੀਆਂ right you make an extension for work permit you make an extension for study permit almost you should know that 90% chance your case will be refused. You can only challenge it and they're doing this on purpose. This is government intent, right? Now judiciary is very different than government. So judicially ਆਪਾਂ challenge ਕਰ ਸਕਦੇ ਹਾਂ ਕਿ ਇਹ officer ਨੇ ਗਲਤ decision ਕੀਤਾ and judiciary will stand for what judicial principles are. But government intent ਤਾਂ follow ਕਰਦੇ हैं CBSA officers ਜਾਂ visa officers ਉਹਨਾਂ ਨੂੰ mandate ਦਿੱਤਾ ਗਿਆ ਕਿ as much as possible refuse ਕਰੋ cases. That is what they're doing. So it's a very high rate of refusal if the answer is going to be that. ਪੁਨੀਤ ਉਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਜਿੱਥੇ ਇੱਕ ਟੈਂਪਰੇਰੀ ਰੈਜ਼ੀਡੈਂਟ ਹੈਗਾ ਉਹਨੂੰ ਪਤਾ ਵੀ ਮੇਰਾ ਆਪਾਂ ਵੈਸੇ ਇਹ ਗੱਲ ਕੀਤੀ ਹੈਗੀ ਹੈ ਜੇ ਤੁਸੀਂ ਥੋੜਾ ਜਿਹਾ ਇਹਨੂੰ ਹੋਰ ਐਕਸਪਲੇਨ ਕਰ ਸਕੋ ਕਿ ਇੱਕ ਟੈਂਪਰੇਰੀ ਰੈਜ਼ੀਡੈਂਟ ਹੈ ਉਹਨੂੰ ਪਤਾ ਵੀ ਮੇਰਾ ਸਟੇਟਸ ਐਕਸਪਾਇਰ ਹੋਣ ਵਾਲਾ ਪਰ ਉਹ ਕੁਝ ਕਰ ਨਹੀਂ ਰਿਹਾ ਉਸ ਸਿਚੁਏਸ਼ਨ ਦੇ ਵਿੱਚ ਸੋ ਉਹਦੇ 'ਚ ਕੋਈ ਪੈਨੈਲਿਟੀ ਵੀ ਲੱਗਦੀ ਹੈ ਜੀ ਕੋਈ ਪੈਨੈਲਿਟੀ ਪ੍ਰੋਸੈਸ ਵੀ ਹੁੰਦਾ ਉਸ ਸਿਚੁਏਸ਼ਨ ਦੇ ਵਿੱਚ ਫਿਰ ਜੇ ਤੁਹਾਨੂੰ ਪਤਾ ਹੈ ਪਰ ਤੁਸੀਂ ਕੁਝ ਨਹੀਂ ਕੀਤਾ ਫਿਰ you're unauthorized let's say ਤੁਹਾਨੂੰ ਪਤਾ ਹੈ ਕਿ ਤੁਹਾਡਾ ਐਕਸਪਾਇਰ ਹੋ ਰਿਹਾ ਤੁਸੀਂ ਐਕਸਟੈਂਸ਼ਨ ਲਈ ਨਹੀਂ ਅਪਲਾਈ ਕੀਤਾ ਅਗਰ ਰਿਫਿਊਜ਼ ਹੋ ਗਿਆ ਤੁਸੀਂ ਪ੍ਰੋਪਰ ਸਟੈਪਸ ਨਹੀਂ ਫੋਲੋ ਕੀਤੇ then you basically have a illegal status in Canada and it's a very very sad situation ਅੱਜ ਕੱਲ੍ਹ ਜੋ ਹੋ ਰਿਹਾ ਹੈ is part of that situation when you are illegal status in Canada what are you doing ਤੁਹਾਨੂੰ ਨਾ ਤੁਸੀਂ ਕੰਮ ਲੈ ਸਕਦੇ ਹੋ ਕਿੱਥੇ legally right ਨਾ ਤੁਹਾਨੂੰ ਕੋਈ employer ਕੰਮ ਦੇ ਸਕਦਾ legally so how
are you going to make your earnings? It's a very very bad situation. ਤੁਸੀਂ illegal status ਤੇ ਆ ਗਏ, ਜੀ। ਤੁਸੀਂ ਨਾ ਕੋਈ bank ਨੇ ਤੁਹਾਨੂੰ ਕੋਈ so basically I don't know why you would be wanting to be in that situation. It's a very bad situation to be in. ਇੱਕ ਥੋੜਾ ਜਿਹਾ ਹਾਰਡ ਕੁਐਸਚਨ ਹੈਗਾ ਪੁਨੀਤ, what are the risk for employers ਜਿਹੜੇ ਉਹਨਾਂ ਨੂੰ ਕੰਮ ਤੇ ਰੱਖਦੇ ਆ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰਡ ਹੋ ਚੁੱਕੇ? ਜਿੱਦਾਂ ਮੈਂ ਪਹਿਲਾਂ ਕਿਹਾ, it's a they know if they hire or they continue keeping a person who has an expired status and is not supposed to be working, maintained status नहीं है, ਤੁਹਾਡਾ status ਹੀ ਖਤਮ ਹੋ ਚੁੱਕਿਆ ਹੈ, expire ਹੋ ਚੁੱਕਿਆ ਹੈ, ਸਾਰੇ procedures ਹੋ ਚੁੱਕੇ ਹੈ, and you continue holding that person or employing that person, then you are also criminally liable as an employer. Because you have now breached the regulations and you can be criminally pursued under the regulations for breaching and employing a person who doesn't have status. So employer ਦੇ ਖਿਲਾਫ ਵੀ ਜਿਹੜਾ ਹੈਗਾ ਉਹ ਕੇਸ ਕੀਤਾ ਜਾ ਸਕਦਾ? Absolutely. So it's something which people are not aware about. Just to be clear, अगर किसी ने extension ने apply करता है and वो maintain status पे आ गया, then the employer can continue. That's not an issue. But अगर तुम्हारे सारे procedures khatam ho chuke and you actually have no other legal route and you are illegal in this country, employer should not be employing you. ਪੁਨੀਤ, ਇੱਦਾਂ ਦੀ ਵੀ ਕੋਈ ਸਿਚੁਏਸ਼ਨ ਹੁੰਦੀ ਹੈ, ਲਾਈਕ ਇਟਸ ਅ ਵੈਰੀ ਬੇਸਿਕ ਕੁਐਸਚਨ, ਆਈ ਡੋਂਟ ਨੋ ਦਿਸ, ਦੈਟਸ ਵਾਈ ਆਈ ਐਮ ਆਸਕਿੰਗ, ਇੱਦਾਂ ਦੀ ਵੀ ਸਿਚੁਏਸ਼ਨ ਹੁੰਦੀ ਹੈ ਕਿ EMPLOYER ਨੂੰ ਪਤਾ ਨਾ ਹੋਵੇ ਕਿ ਇਹਦਾ ਵਰਕ ਪਰਮਿਟ ਜਾਂ ਇਹਦਾ ਕੋਈ ਵੀ ਪਰਮਿਟ ਹੈ ਉਹ ਐਕਸਪਾਇਰ ਹੋ ਚੁੱਕਿਆ? An employer is under an obligation to know the status of the person that they're hiring. It will be it's negligence, and people tend to fall into koi na baar nahi puchte, but I think it's an obligation on an employer to regularly ask for verifications, because unhone most of these jo work permits hai LMI based hai ji. Employer ਨੂੰ ਪਤਾ ਹੁੰਦਾ ਕਿ ਕਿੰਨੀ ਦੇਰ ਦਾ LMI ਦਿੱਤਾ ਹੈ, 2 ਸਾਲ ਦਾ ਦਿੱਤਾ ਹੈ, 3 ਸਾਲ ਦਾ ਦਿੱਤਾ ਹੈ. Employer should know that it's their LMI ਕਿ 3 ਸਾਲ 'ਚ expire ਹੋ ਰਿਹਾ ਹੈ. ਹੁਣ ਉਹਨਾਂ ਨੇ extension apply ਕੀਤੀ, the employer should follow up ਕਿ ਉਹਨੂੰ extension of work permit ਮਿਲਿਆ ਜਾਂ ਨਹੀਂ ਮਿਲਿਆ, right? So you really need to be not ignoring your obligations to not know about it. Basically employer ਨੂੰ ਵੀ up to date ਹੋਣਾ ਪੈਣਾ ਤੇ ਉਹਨੂੰ ਵੀ ਆਪਣੀ education, ਆਪਣੀ awareness ਪੂਰੀ ਸਹੀ ਰੱਖਣੀ ਪੈਣੀ ਹੈ. Absolutely. ਉਹਨਾਂ ਨੇ ਤਾਂ employment offer ਦਿੱਤੀ ਹੈ. ਜੀ ਜਿਹੜਾ ਡਾਟਾ ਮੈਂ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਕਿ IRCC ਦੇ ਵੱਲੋਂ ਇੱਕ ਡਾਟਾ ਸ਼ੇਅਰ ਕੀਤਾ ਗਿਆ ਹੈ ਕਿ 1.49 ਮਿਲੀਅਨ ਟੈਂਪਰੇਰੀ ਰੈਜ਼ੀਡੈਂਟ ਸੀਗੇ ਜਿਨ੍ਹਾਂ ਦਾ ਪਰਮਿਟ ਪਿਛਲੇ ਸਾਲ ਐਕਸਪਾਇਰ ਹੋਇਆ ਸੀਗਾ, ਤੇ ਇੰਨਾ ਹੀ ਅੰਕੜਾ ਇਸ ਸਾਲ ਦਾ 1.4 ਮਿਲੀਅਨ ਇਸ ਸਾਲ ਦਾ ਹੈਗਾ. ਸੋ ਜੇ ਆਪਾਂ ਇਹਨਾਂ ਦੋਨਾਂ ਨੂੰ ਟੋਟਲ ਕਰਦੇ ਹਾਂ, ਦੈਟਸ ਟੋਟਲ ਆਫ 2.9 ਮਿਲੀਅਨ ਓਵਰ 2 ਇਅਰਸ. ਹਾਲਾਂਕਿ ਇਹਦੇ ਵਿੱਚ ਨਾ ਤਾਂ ਸਟੱਡੀ ਪਰਮਿਟ ਵਾਲੇ ਲੋਕ ਸ਼ਾਮਲ ਨੇ, ਨਾ ਇਹਦੇ ਵਿੱਚ ਸ਼ਾਮਲ ਨੇ ਸਟੱਡੀ ਪਰਮਿਟ ਐਕਸਟੈਂਸ਼ਨ ਹੋਲਡਰਸ ਵਾਲੇ. ਸੋ 55% ਦਾ ਜਿਹੜਾ ਪਰਮਿਟ ਹੈਗਾ ਉਹ ਇਸ ਸਾਲ ਜੂਨ 'ਚ ਐਕਸਪਾਇਰ ਹੋ ਜਾਣਾ. ਹੁਣ ਤੁਸੀਂ ਦੇਖੋ, ਜਦੋਂ ਇੰਨੀ ਵੱਡੀ ਗਿਣਤੀ ਹੈ ਕਿ 1.4 ਮਿਲੀਅਨ ਲੋਕ ਨੇ ਜਿਨ੍ਹਾਂ ਦਾ ਇਹ ਪਰਮਿਟ ਐਕਸਪਾਇਰ ਹੋਣਾ, ਤੇ ਉਹਨਾਂ ਨੇ ਕੀ ਕਰਨਾ, ਕੀ ਅੱਗੇ ਜਾ ਕੇ ਸਿਚੁਏਸ਼ਨ ਬਣਨੀ ਹੈਗੀ ਹੈ, ਜਦੋਂ ਕਿ ਜਿਹੜਾ ਕੋਟਾ ਰੱਖਿਆ ਗਿਆ ਇਸ ਸਾਲ ਦਾ PR ਦਾ ਉਹ 3,80,000 ਹੈ, ਪਰ ਜਿਹੜੇ ਲੋਕਾਂ ਦਾ ਪਰਮਿਟ ਐਕਸਪਾਇਰ ਹੋ ਰਿਹਾ ਉਹਨਾਂ ਦੀ ਗਿਣਤੀ 1.4 ਮਿਲੀਅਨ ਹੈ. ਸੋ ਕਿੰਨਾ ਵੱਡਾ ਇੱਕ ਗੈਪ ਹੈਗਾ. ਔਰ 78 ਮਿਲੀਅਨ ਕੈਨੇਡਾ ਬਾਰਡਰ ਸਰਵਿਸ ਏਜੰਸੀ ਲਗਾ ਚੁੱਕੀ ਹੈ 18,000 ਲੋਕਾਂ ਨੂੰ ਰਿਮੂਵਲ, ਜਿਹਨਾਂ ਨੂੰ ਰਿਮੂਵ ਕੀਤਾ ਗਿਆ ਕੈਨੇਡਾ ਦੇ ਵਿੱਚੋਂ 2024-2025 ਦੇ ਵਿੱਚ. ਸੋ ਇਹ ਵੀ ਇੱਕ ਐਕਸਟਰਾ ਬਰਡਨ ਹੈਗਾ. ਔਰ ਇਹਦੇ ਵਿੱਚ ਜ਼ਿਆਦਾਤਰ ਮੈਜੋਰਿਟੀ ਲੋਕ ਜਿਹੜੇ ਸੀਗੇ ਉਹ ਅਸਾਈਲਮ ਸੀਕਰ ਸੀਗੇ ਜਿਨ੍ਹਾਂ ਦਾ ਰਿਫਿਊਜੀ ਸਟੇਟਸ ਡਿਨਾਈ ਕੀਤਾ ਗਿਆ ਸੀ. ਅੱਜ ਇਹੀ ਗੱਲਾਂ ਬਾਤਾਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਫਿਰ ਸਿਚੁਏਸ਼ਨ ਅਸਲ ਦੇ ਵਿੱਚ ਹੈ ਕੀ ਹੈ. ਪੁਨੀਤ, ਸਾਨੂੰ ਇਹ ਦੱਸੋ ਵੀ ਜਦੋਂ ਪਰਮਾਨੈਂਟ ਕੁਛ ਲੋਕ ਨੇ, ਜਦੋਂ ਉਹ ਪਰਮਾਨੈਂਟ ਰੈਜ਼ੀਡੈਂਸੀ ਵੱਲ ਟ੍ਰਾਂਜੀਸ਼ਨ ਕਰਦੇ ਆ, ਜਦੋਂ ਉਹਨਾਂ ਦਾ ਪਰਮਿਟ ਐਕਸਪਾਇਰ ਹੋਣ ਵਾਲਾ ਹੁੰਦਾ, ਸੋ ਉਦੋਂ ਕੀ ਹਾਲਾਤ ਹੁੰਦੇ ਆ ਜੀ? ਕਿੰਨਾ ਕੁ ਰੀਅਲਿਸਟਿਕ ਹੁੰਦਾ ਇੱਦਾਂ ਕਰਨਾ? First of all, numbers talk about themselves. ਤੁਸੀਂ ਦੱਸਿਆ ਕਿ we are just based in this is only work permit mostly. This is not we are talking about study permits, because that's a very very big number also. And if you remember, jad ਇਹਨਾਂ ਨੇ quotas announce ਕੀਤੇ ਸੀ, literally they reduced the study permit numbers to 55% down, and 55%, and 37% work permit issuance cut ਕੀਤਾ ਹੈ. So this is very very big percentage. And agar 18,000 ਲੋਕੀ ਹੀ remove ਹੋਏ हैं,
Do the maths. Yeah. The maths doesn't Bilkul. add up. True. So 18,000 and the cost of removal is a different 78 topic, and million, yeah. that's mainly because they've applied for refugee status. So if you do the maths, it doesn't. How are they going to remove? Just talking Bilkul. about 2.9 million Yes. of mostly work permit in next 2 years. How are they going to remove these people when they were only successful in removing 18,000? in 2 It years. just doesn't add up. So government, but unfortunately, I think government plan is okay. Government is saying we have made provisions ki appa una cho temporary resident status holders cho appa una nu permanent resident stream cho accept karange. But again, maths doesn't add up. Yeah. It's only 380,000. Yes. 2.9 million and 380,000. 80,000. So I don't know what the percentage, but it's a very, very small percentage. So, and most of these people who are getting qualified for permanent residence also includes people from outside and within Canada. So that percentage even becomes more small. Just to give perspective. And most of these people are people with high skilled. Unfortunately, एक article आया सी recently ਜਿਹਦੇ ਵਿੱਚ somebody was working in the automotive industry and met all the points and but due to the downfall of the economy, that person doesn't have an employment anymore. Achha. One of the conditions for making an application for permanent residence is to have an employment offer. So because downfall of economy is also positioned at the same time, coinciding at the same time. So those factors will also, even if you're in a high skill but you've lost your job, unfortunately, you will not meet the requirement for converting your status to a permanent resident. So what I'm trying to say is it's a very, very bad situation. I think people generally need to rethink this strategy. They need to think if their status is expired, is it because Pella economy was also booming, there were jobs. Right now there are no jobs. Do you really want to continue and become illegal and not be in a position to make lokan jina ko proper status hai, people who are on permanent residence status themselves or citizenships, they are not finding jobs. They are struggling. They are struggling. So imagine your situation. So I do tell people who have good educational backgrounds, people who have good backgrounds in their home country, consider leaving on your own and maybe apply or reapply and come back when the time is right or you have the right opportunity. There are very few people who are voluntarily leaving, but I think that's important. But it's a very, very sad situation, and I empathize with these people because it's a government problem at the end of the day. Government ne jab temporary resident visas issue kitte si, statuses issue kitte si, inna ne idda issue kitte si ki jalebi like literally it was just free for all. There was it's probably a historical failure on the part of the government to allow so many people. They healthy population of temporary residents 5 million. They allowed double that number in this country. Now these people who have spent so much money coming to this country, who have spent so much educational fees in studying in these institutions, they are now asked to remove. So it's a very, very sad situation, but I do urge people who are studying there, please go to your classes. Please make sure that you meet all your requirements. If for whatever reason agar bimar ho gaye ho, ya there's a medical issue, get an authorized leave from your university or your college, because if you don't get an authorized leave, then that leave apni marzi na back, where you are actually becoming non-compliant with your condition for study permit in Canada, and you can be removed. ਅੱਛਾ ਆਪਾਂ ਇੱਕ ਛੋਟੀ ਜਿਹੀ ਗੱਲ ਕਰਨਾ ਚਾਹੁੰਦੇ ਹਾਂ ਪੁਨੀਤ, ਸਟੇ ਮੋਸ਼ਨ ਦੀ ਗੱਲ ਕੀਤੀ ਸੀਗੀ। ਜਦੋਂ ਸਟੇ ਮੋਸ਼ਨ ਅਪਲਾਈ ਕੀਤਾ ਜਾਂਦਾ ਜੀ, ਉਦੋਂ ਜੱਜ ਕੀ ਦੇਖਦਾ ਉਸ ਸਟੇ ਮੋਸ਼ਨ ਦੇ ਵਿੱਚ? ਆਪਾਂ ਇਹ ਤਾਂ ਬਰੀਫਲੀ ਟੱਚ ਕੀਤਾ ਸੀ। ਫਸਟ ਆਫ ਆਲ ਇਹਦਾ 3-party ਟੈਸਟ ਹੈਗਾ, ਮੈਕਡੋਨਲਡ ਟੈਸਟ ਹੈਗਾ। ਸੋ ਇਟਸ ਬੇਸਿਕਲੀ ਫਰਸਟ ਦੈਟ ਇਜ਼ ਦੇਅਰ ਅ ਸੀਰੀਅਸ ਇਸ਼ੂ ਟੂ ਬੀ ਟਰਾਈਡ। ਸੀਰੀਅਸ ਇਸ਼ੂ ਡਜ਼ਨਟ ਮੀਨ ਕਿ ਤੁਹਾਡਾ ਕੇਸ 100% successful hona chahiye. It basically means ki there is reasonable grounds or reasonable arguments in place ki toda jo judicial review apply kitta hai, it's jami evi nahi hai. There is some meat to that judicial review application ki there are reasonable arguments in place, so you need to convince the judge that this is just not a abuse of process. There are reasonable grounds to pursue this judicial review. So first that. Second test is jada irreparable harm.
Now, there's a lot of case law on this. Irreparable harm needs to be something very significant, ठीक है. right? That can be health concern. If you are suffering from, a mental health condition and you're already taking treatments, and if you're removed to your home country, उत्थे वो facilities है नहीं, or you will be ostracized, or you won't be, you'll be secluded from the community, and वो support system है ही नहीं, and it will cause you permanent harm. Right, almost permanent harm to your health and your mental health condition. Those kind of evidence are very, very important. Just because you have spent $35,000 in pursuing your study permit, but you did not pursue it actively, doesn't make it irreparable harm. So there has to be something more. Best interest of the children. If your child is born in Canada and is going to school there, and if removal to your home country will disrupt this, it's not in the best interest of the child. So those are all factors that will be taken into account under irreparable harm. Third test ਇਹਦਾ ਹੁੰਦਾ ਹੈ ਕਿ ਜੱਜ ਨੇ ਦੇਖਣਾ ਹੈ on the balance of convenience. एक पासे ਤੁਹਾਡੇ ਕੋਲ regulations ਹੈ, ਇੱਕ ਪਾਸੇ government intent ਹੈ, ਇੱਕ ਪਾਸੇ the right thing to do is for this person to be leaving the country, public policy in place. On the other hand, you have these personal circumstances for this individual where serious issue भी ਹੈਗਾ, irreparable harm भी ਹੈਗਾ. The judge has to balance and say, okay, I'm exercising my discretion here to allow you to stay in this country until ਤੁਹਾਡੀ judicial review underlying application approved ਨਹੀਂ ਹੁੰਦੀ. Okay, so it's a very, very hard test. It's not an easy test. First of all, it's a hard test. Second of all, you should make that application sooner rather than later. Don't do it at the 11th hour. I have a lot of files where the clients come 11th hour. We still try, but the judge says ਪਹਿਲਾਂ ਸੁੱਤੇ ਪਏ ਸੀ, ਪਹਿਲਾਂ ਕਿਉਂ ਨਹੀਂ ਕੀਤਾ? ਪਹਿਲਾਂ ਕਿਉਂ ਨਹੀਂ ਕੀਤਾ? ਬਿਲਕੁਲ. Anything in closing, Puneet? I'm just going to say that take your status seriously. Again, for people who are studying, please actively pursue education. People who are on work permit, make sure you complying with all the conditions. You have all the evidence, because at any point you can be checked. Yes. And if you are checked, and if there is something that is not for whatever reason ਉਹਨਾਂ ਨੂੰ ਬਹਾਨਾ ਚਾਹੀਦਾ ਹੈ at this point. ਅਗਰ ਉਹਨਾਂ ਨੂੰ ਕੋਈ ਵੀ ਬਹਾਨਾ ਲੱਗਦਾ ਹੈ ਕਿ you have not complied with your work permit application, you've not complied with your study permit application, you are engaged in unauthorized work, they're going to issue your removal order, right? So be very, very careful. Don't, if there's a criminal conviction, if you're drunk driving, if there is speeding issues, these are perfect grounds for them to check your status. So be very, very careful when you're on the road. Make sure your status is it's not a guarantee just because you have a status that you can continue. They may still issue your removal order. I think people are unaware about that risk, so people need to know about that. ਪੁਨੀਤ, ਬਹੁਤ-ਬਹੁਤ ਸ਼ੁਕਰੀਆ ਤੁਹਾਡਾ. ਕਾਫੀ ਅੱਛੀ ਡਿਟੇਲ ਦੇ ਵਿੱਚ ਤੁਸੀਂ ਜਾਣਕਾਰੀ ਦਿੱਤੀ ਹੈ. ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਦੇ ਸਟੇਟਸ ਐਕਸਪਾਇਰ ਹੋਣ ਵਾਲੇ ਨੇ ਜਾਂ ਜਿਨ੍ਹਾਂ ਦੇ ਹੋ ਚੁੱਕੇ ਨੇ, ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੋਊਗਾ ਕਿ ਆਪਣੀ ਪੂਰੀ ਐਜੂਕੇਸ਼ਨ ਅਵੇਅਰਨੈਸ ਦੇ ਨਾਲ ਹੀ ਆਪਣਾ ਤੁਸੀਂ ਸਟੇਟਸ ਜਿਹੜਾ ਹੈਗਾ ਉਹ ਕੰਟੀਨਿਊ ਰੱਖ ਸਕਦੇ ਹੋ. ਬਟ ਥੈਂਕ ਯੂ ਸੋ ਮਚ ਫॉर ਦਿਸ ਇਨਫੋਰਮੇਸ਼ਨ. Thank you so much. And ਕਿਸੇ ਨੂੰ ਕੋਈ ਵੀ ਕੁਐਸਚਨਸ ਹੈਗੇ ਆ, ਕੋਈ ਫਰਦਰ ਕੰਸਲਟੇਸ਼ਨ ਲੈਣੀ ਹੈ, you can contact our office at City Law Group. Our phone number is 604-808-4444 and ਸਾਡਾ office Little India Plaza 'ਚ. ਜੀ, ਥੈਂਕ ਯੂ ਸੋ ਮਚ ਪੁਨੀਤ. ਅੱਜ ਦੇ ਪ੍ਰੋਗਰਾਮ ਵਿੱਚ ਇੰਨੀਆਂ ਹੀ ਗੱਲਾਂ ਬਾਤਾਂ ਜੀ. ਕੱਲ ਨੂੰ ਇੱਕ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਨਾਲ ਫੇਰ ਮੁਲਾਕਾਤ ਹੋਏਗੀ. ਸੁਣਦੇ ਰਹੋ ਰੈਡ FM ਤੇ ਮੈਨੂੰ ਦਿਓ ਇਜਾਜ਼ਤ.